है कि उन्हें इहदे विच सेंसर लाने सी, फैन बेल्ट नाल सेंसर लाना सी, ਇਹਦੇ ਰੇਟਰ ਸੈਂਸਰ ਲਾਣਾ ਸੀ ਵੀ ਟਰੈਕਟਰ ਫੈਨ ਬੈਲਟ ਟੁੱਟਣ ਦੀ ਵਜ੍ਹਾ ਤੋਂ ਓਵਰ ਹੀਟ ਹੁੰਦਾ ਤੇ ਟਰੈਕਟਰ ਫੌਰਨ ਨਹੀਂ ਕਿ ਬੰਦ ਹੋ ਜਾਏ ਆਪਣੇ ਆਪ। ਅੱਛਾ, ਟਰੈਕਟਰ ਦੇ ਰੇਟਰ 'ਚ ਉਹਨਾਂ ਲਾਣਾ ਸੀ, ਅਗਰ ਟਰੈਕਟਰ ਓਵਰ ਹੀਟ ਹੋ ਰਿਹਾ ਤੇ ਤਾਂ ਵੀ ਬੰਦ ਹੋ ਜਾਵੇ। ਠੀਕ ਹੈ। ਅੱਛਾ ਭਾਈ ਇਮਰਾਨ, ਇੱਕ ਦੋ ਹੋਰ ਸਵਾਲ ਮੇਰੇ ਦੇਣ ਚ ਆ ਗਏ। ਚਾਬੀ ਵਾਲਾ ਪੰਪ ਪਾਕਿਸਤਾਨ 'ਚ ਕਿਉਂ ਨਾਕਾਮ ਹੋਇਆ? ਉਹ ਸਾਡੀਆਂ ਆਪਣੀਆਂ ਕਮਜ਼ੋਰੀਆਂ, ਆਉਣ ਵਾਲੇ ਵਕਤ ਅਸੀਂ ਉਹਨੂੰ ਪਛਤਾਵਾਂਗੇ। ਅੱਛਾ, ਕਈ ਮਕੈਨਿਕਾਂ ਨਾਲ ਗੱਲਬਾਤ ਹੁੰਦੀ ਆ ਤੇ ਮਕੈਨਿਕ ਕਹਿੰਦੇ ਆ ਪਸੰਦ ਜ਼ਿਮੀਂਦਾਰਾਂ ਨੇ ਕੀਤਾ। ਅੱਛਾ ਸੁਣੋ, ਹੁਣ ਮੈਂ ਤੁਹਾਨੂੰ ਆਪਣੇ ਜ਼ਿਹਨ ਦੇ ਮੁਤਾਬਕ ਜਿਹੜਾ ਨਾ ਇਹ ਸਾਡੇ ਲੋਕਾਂ ਦੀ ਬਦਬਖਤੀ ਹੈ ਕਿ ਅਸੀਂ ਆਪ ਯਾਨੀ ਕਿ ਪੰਪ ਬੰਦ ਕਰਵਾ ਲਿਆ। ਸਹੀ। ਠੀਕ ਹੈ। ਕੰਪਨੀ ਨੇ ਪੰਪ ਲਾਉਣ ਦਾ ਇੱਕ ਮਕਸਦ ਸੀ, ਆਉਣ ਵਾਲੇ ਵਕਤ 'ਚ ਉਹਨਾਂ ਨੇ ਇਹਨੂੰ ਆਸਤਾ ਆਸਤਾ ਅਪਗ੍ਰੇਡ ਕਰਨਾ ਸੀ। ਉਹ ਕੀ ਕਰਨਾ ਸੀ, ਜਿਹੜੀ ਮੇਰੀ ਅਕਲ ਇਹ ਆਦੀ ਹੈ ਕਿ ਉਹਨਾਂ ਇਹਦੇ ਵਿੱਚ ਸੈਂਸਰ ਲਾਣੇ ਸੀ, ਫੈਨ ਬੈਲਟ ਨਾਲ ਸੈਂਸਰ ਲਾਣਾ ਸੀ, ਇਹਦੇ ਰੇਟਰ ਸੈਂਸਰ ਲਾਣਾ ਸੀ ਵੀ ਟਰੈਕਟਰ ਫੈਨ ਬੈਲਟ ਟੁੱਟਣ ਦੀ ਵਜ੍ਹਾ ਤੋਂ ਓਵਰ ਹੀਟ ਹੁੰਦਾ ਤੇ ਟਰੈਕਟਰ ਫੌਰਨ ਨਹੀਂ ਕਿ ਬੰਦ ਹੋ ਜਾਏ ਆਪਣੇ ਆਪ। ਅੱਛਾ, ਟਰੈਕਟਰ ਦੇ ਰੇਟਰ 'ਚ ਉਹਨਾਂ ਲਾਣਾ ਸੀ, ਅਗਰ ਟਰੈਕਟਰ ਓਵਰ ਹੀਟ ਹੋ ਰਿਹਾ ਤੇ ਤਾਂ ਵੀ ਬੰਦ ਹੋ ਜਾਵੇ। ਠੀਕ ਹੈ। ਅਸੀਂ ਲੋਕ, ਸਾਨੂੰ ਚਾਹੀਦਾ ਹੈ ਧੱਕਾ ਲਾਉਣ ਲਈ ਸ਼ਾਇਦ। ਸਹੀ। ਠੀਕ ਹੈ। ਅਸੀਂ ਲੋਕ ਲੰਬੀ ਸੋਚ ਵਾਲੇ ਨੇ, ਉਹ ਕਿਸੇ ਇੱਕ ਦੇ ਟਰੈਕਟਰ ਦਾ ਕੋਈ ਕਲੇਮ ਦਾ ਕੋਈ ਮਸਲਾ ਬਣਿਆ, ਉਹ ਵੀ ਉਹਨਾਂ ਦੀ ਗਲਤੀ ਹੋਣੀ ਹੈ। ਸਾਡੇ ਇੱਥੇ ਖਾਨਪੁਰ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪੰਪ ਚੱਲਿਆ ਔਰ ਇਹ ਵੀ ਜਿਹਨਾਂ ਲੋਕਾਂ ਕੋਲ ਹੈ ਨੇ, ਜਿਹਨਾਂ ਨੂੰ ਇਹਦੀ ਸਮਝ ਆ ਗਈ ਇਸ ਤਰ੍ਹਾਂ ਦੀ, ਉਹ ਨਹੀਂ ਵੇਚਦੇ। ਅਸੀਂ ਆਪ ਨਹੀਂ ਵੇਚਦੇ, ਅਜੇ ਤੱਕ ਵਿੱਚੋਂ ਨਾ ਜਿਹੜੇ ਲੋਕ ਆਉਂਦੇ ਥਰਮੋਸਟੇਟ ਵਾਲ ਕੱਢਦੇ ਨੇ, ਉਹ ਨਹੀਂ ਕੱਢਣਾ ਚਾਹੀਦਾ। ਟਰੈਕਟਰ ਨੂੰ ਜਿੰਨਾ ਟੈਂਪਰੇਚਰ ਚਾਹੀਦਾ ਹੁੰਦਾ ਉਹਨਾਂ ਟੈਂਪਰੇਚਰ ਨਾ ਮਿਲੇ। ਠੀਕ ਹੈ। ਤੇ ਫਿਰ ਇਹ ਪੰਪ ਥੋੜ੍ਹਾ ਜਿਹਾ ਐਡਵਾਂਸ ਹੈ, ਜਦੋਂ ਥੋੜ੍ਹਾ ਰੇਸ 'ਤੇ ਦਿੰਦੇ ਸ਼ਸ਼ਕਾ ਠੰਡਾ ਟਰੈਕਟਰ ਦਾ ਮਾਰੀ ਸੜ ਤੇ ਕੋਈ ਨਾ ਕੋਈ ਉਹਨੇ ਕੰਮ ਪਾਤਾ। ਠੀਕ ਹੈ। ਥਰਮੋਸਟੇਟ ਇੱਕ ਤੇ ਵਾਲ ਨਹੀਂ ਕੱਢਿਆ ਜਾਂਦਾ। ਦੂਸਰਾ, ਖਾਸ ਕਰ ਕੋਈ ਵੀ ਬਾਕੀ ਟਰੈਕਟਰ ਹੋਣ, ਵੈਸੇ ਖਾਸ ਕਰ ਜਿਹੜਾ ਵੇ ਸਟੈਂਡਰਡ ਪੰਪ ਨੂੰ ਓਵਰ ਏਸੀ ਨਹੀਂ ਚਲਾਉਣਾ ਚਾਹੀਦਾ। ਅਬ ਮੇਰੇ ਦੋ ਟਰੈਕਟਰ ਨੇ, ਇੱਕ ਰਕਬੇ 'ਚ ਲੱਗਾ ਛੋਟਾ, ਤੁਸੀਂ ਨਾ ਤਿੰਨਾਂ ਨੂੰ ਮੀਟਰ ਚੱਲਦੇ ਨੇ, ਰੇਸ ਦੇ ਕੇ ਚੈੱਕ ਕਰ ਲਓ, 2250 ਤੇ ਜਾ ਕੇ ਆਰਪੀਐਮ ਰੁਕ ਜਾਏਗਾ। 2250 ਤੇ? ਹਾਂ, 2250 ਤੇ ਆਰਪੀਐਮ ਰੁਕ। ਅਸੀਂ ਇਸ ਉੱਤੇ ਦਿੱਤਾ ਨਹੀਂ, ਕਿਉਂਕਿ ਕੰਪਨੀ ਦਾ ਆਰਪੀਐਮ ਹੀ 2250 ਹੈ। ਹੁਣ 75 ਹਾਰਸ ਪਾਵਰ ਟਰੈਕਟਰ ਨਾ, ਇਹਦੀ 2250 ਆਰਪੀਐਮ ਤੇ ਜਾ ਕੇ ਇਹਦੀ ਹਾਰਸ ਪਾਵਰ ਪੂਰੀ ਹੋ ਜਾਣੀ ਹੈ। ਉੱਤੇ ਜਿੰਨੀ ਖੋਲੀ ਉਹ ਸ਼ੋਰ ਸ਼ਰਾਬਾ ਇਹ ਨੁਕਸਾਨ ਹੀ, ਉਹਨਾਂ ਕੋਲ ਪਾਵਰ ਨਹੀਂ ਵਧਣੀ। ਸਹੀ। ਠੀਕ ਹੈ। ਕੋਈ ਵੀ ਇੰਜਣ ਹੈ ਮੈਸੀ ਦਾ, ਉਹਦਾ 2250 ਆਰਪੀਐਮ ਹੈ, ਤੇ ਮੈਂ ਕਿਹਾ ਫੀਡ ਦਾ ਜਿਹੜਾ ਉਹ ਗੱਲ 2500 ਆਰਪੀਐਮ ਤੇ ਜਾ ਕੇ ਉਹਦੀ ਜਿੰਨੀ ਕੈਟਾਗਰੀ ਹੈ ਉਹ ਪੂਰੀ ਹੋ ਜਾਂਦੀ। ਠੀਕ ਹੈ। ਅਸੀਂ ਲੋਕ ਬਸ ਪਤਾ ਨਹੀਂ ਕਿਹੜੀ ਗੱਲ ਤੋਂ ਰੇਸ ਖੋਲ ਕੇ ਤੇ ਬਸ ਦੱਬ ਕੇ ਤੇ ਬਹਿ ਜਾਂਦੇ ਹਾਂ, ਤੇ ਓਵਰ ਰੇਸ ਵੀ ਨੁਕਸਾਨ ਕਰਦੀ ਹੈ। ਔਰ ਖਾਸ ਕਰ ਓਵਰ ਰੇਸ ਰੋਡ ਤੋਂ ਜ਼ਿਆਦਾ ਨੁਕਸਾਨ ਕਰਦੀ ਹੈ। ਆਰਪੀਐਮ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਤੇਲ ਜਿਸ ਟਾਈਮ ਉੱਤੇ ਹੁੰਦਾ ਉਛਲਦਾ ਵੀ ਤੇਲ ਚੁੱਕ ਜਾਂਦਾ ਟਰੈਕਟਰ। ਅਗਰ ਤੁਸੀਂ ਇਹਨੂੰ 2250 ਆਰਪੀਐਮ 2000 ਤੇ ਲਈ ਜਾਓ, ਜਿੰਨਾ ਮਰਜ਼ੀ ਲਈ ਜਾਓ, ਟਰੈਕਟਰ ਕਦੀ ਵੀ ਤੇਲ ਨਹੀਂ ਚੁੱਕੇਗਾ। ਅੱਛਾ ਭਾਈ ਇਮਰਾਨ, ਟਰੈਕਟਰ ਨਾਰਮਲ ਸਪੀਡ ਤੇ ਕਿੰਨੇ 100 ਆਰਪੀਐਮ ਤੇ ਹੋਣਾ ਚਾਹੀਦਾ ਵਾ? ਨਾਰਮਲ ਮਤਲਬ ਵੀ ਸਟਾਰਟ ਕਰੀਏ ਅਸੀਂ ਹਾਂ ਤੇ ਫ੍ਰੀ ਰੇਸ, ਫ੍ਰੀ ਯਾਨੀ ਕਿ ਸਟਾਰਟਿੰਗ ਰੇਸ ਜਿਹੜੀ ਆਈਡੀਅਲ ਦੀ ਹੁੰਦੀ 700, ਤੇ ਵੈਸੇ ਕਈ ਬੰਦੇ ਨੇ ਉਹ ਫਿਰ ਬਿਲਕੁਲ 400 ਨੇ, ਵੇਖੋ ਜੀ ਦਾਣੇ ਪਾਉਂਦਾ, ਉਹ ਗਲਤ ਗੱਲ ਹੈ। ਵੈਸੇ ਇਹਨੂੰ ਜਿਹੜਾ ਨਾ 700 ਕੰਪਨੀ ਵਾਲੀ, ਤੁਸੀਂ 600 ਤੋਂ ਥੱਲੇ ਨਹੀਂ ਹੋਣਾ ਚਾਹੀਦਾ। ਯਾਨੀ ਕਿ ਜਦੋਂ ਟਰੈਕਟਰ ਆਮ ਸਪੀਡ 'ਚ ਸਟਾਰਟ ਕਰੀਏ ਤੇ 700 ਤੇ ਜਾਂ 600 ਤੇ 600 ਦਾ ਅੱਛਾ, ਜਿਹੜਾ ਬਿਲਕੁਲ ਸਲੋ ਰੇਸ ਨੁਕਸਾਨ ਕਿਵੇਂ? ਇੱਕ ਤੇ ਸਲੋ ਕਿੰਨਾ ਅਸੀਂ ਕਰ ਸਕਦੇ ਹਾਂ ਜਿੱਤੋਂ ਵੀ ਥੱਲੇ ਹਰਗਜ਼ ਨਹੀਂ ਜਾਣਾ ਚਾਹੀਦਾ। ਲੋਕ ਤੋਂ ਉਸ ਤੱਕ ਲੈਂਦੇ ਜਿੱਥੇ ਤੱਕ ਬੰਦ ਨਾ ਹੋਵੇ, ਕੱਲਾ ਪਰ ਪਿਆ ਕਰੇਗਾ। 300 ਮੇਰਾ ਤੇ ਖਿਆਲ ਆ 300 350 ਤੇ ਮੈਂ ਟਰੈਕਟਰ ਵੇਖੇ ਨੇ ਬੈਠੇ ਮੱਠੇ ਜਿੱਡੀ ਮੈਂ ਡਿੱਗੀ, ਹਾਲਾਂਕਿ ਉਹ ਨੁਕਸਾਨ ਹੈ, ਕਿਉਂਕਿ ਆਇਲ ਪੰਪ ਜਦੋਂ ਕਮਜ਼ੋਰ ਹੁੰਦਾ ਨਾ, ਉਹ ਫਿਰ ਤੇਲ ਨਹੀਂ ਪ੍ਰੈਸ਼ਰ ਨਾਲ ਚੁੱਕਦਾ। ਉੱਤੋਂ ਯਾਨੀ ਕਿ ਇਹਦੇ ਜਿਹੜੇ ਕ੍ਰੈਂਕ ਦੇ ਪੀਸ ਉਹ ਵੀ ਖੁਸ਼ਕ ਚੱਲਦੇ ਨੇ, ਉੱਤੋਂ ਸਲੀਵ ਦੇ ਵਿੱਚ ਜਿਹੜਾ ਆਇਲ ਨਹੀਂ ਜਾਂਦਾ, ਰਿੰਗ ਖੁਸ਼ਕ ਚੱਲਦੇ ਨੇ। ਅੱਛਾ, ਉਸ ਤੋਂ ਬਾਅਦ ਸਲੋ ਆਰਪੀਐਮ ਦੇ ਵਿੱਚ ਫਿਰ ਜਿਹੜਾ ਵਾਟਰ ਬਾਡੀ ਪਾਣੀ ਦੀ ਸਰਕੂਲੇਸ਼ਨ ਪੂਰੀ ਨਹੀਂ ਕਰਦੀ, ਉਹਦੇ ਨਾਲ ਟਰੈਕਟਰ ਗਰਮ ਵੀ ਹੁੰਦੇ ਨੇ। ਅੱਛਾ, ਫਿਰ ਸਲੋ ਆਰਪੀਐਮ ਦੀ ਵਜ੍ਹਾ ਤੋਂ ਜਿਹੜਾ ਜਨਰੇਟਰ ਹੈ ਉਹ ਵੀ ਜਿਹੜਾ ਤੁਹਾਡਾ ਬੈਟਰੀ ਚਾਰਜ ਨਹੀਂ ਕਰਦਾ ਪੂਰੀ। ਸਹੀ। ਠੀਕ ਹੈ। ਇਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਕੰਪਨੀਆਂ ਪਾਗਲ ਨਹੀਂ, ਇਹਨਾਂ ਨੇ ਉਹਨਾਂ ਨੇ ਇੰਜੀਨੀਅਰ ਰੱਖੇ ਹੁੰਦੇ ਨੇ, ਤਨਖਾਹਾਂ ਦਿੰਦੀਆਂ ਨੇ, ਤੇ ਉਹ 700 ਉਹਨਾਂ ਨੇ ਆਰਪੀਐਮ ਅਗਰ ਰੱਖਿਆ ਤਾਂ ਉਹ ਠੀਕ ਰੱਖਿਆ। ਇੱਥੇ ਨਹੀਂ ਕਿ ਹਰ ਚੀਜ਼ ਪ੍ਰੋਪਰ ਆਪਣੇ ਲੈਵਲ ਤੇ ਕੰਮ ਕਰਦੀ ਹੈ। ਸਹੀ। ਮੇਰੇ ਹਿਸਾਬ ਨਾਲ ਭਾਈ ਇਮਰਾਨ, ਜੇ ਕੋਈ ਬਹੁਤ ਵੀ ਘਟਾਉਣਾ ਚਾਹਵੇ ਤਾਂ 500 ਤੋਂ ਥੱਲੇ 600 ਯਾਰ 600 ਤੇ ਬਿਹਤਰੀਨ, ਨਾ ਤੱਕ ਟਰੈਕਟਰ ਕੋਈ ਵਾਈਬ੍ਰੇਸ਼ਨ ਕਰਦਾ। ਹਾਂਜੀ। ਠੀਕ ਹੈ। ਜਨਰੇਟਰ ਵੀ ਠੀਕ ਕੰਮ ਕਰਦਾ, ਆਇਲ ਪੰਪ ਵੀ ਠੀਕ ਕੰਮ ਕਰਦਾ ਹੁੰਦਾ, ਯਾਨੀ ਕਿ 600 ਤੋਂ ਥੱਲੇ ਨਹੀਂ ਖੜਨਾ ਚਾਹੀਦਾ। ਅੱਛਾ ਭਾਈ ਇਮਰਾਨ, 375 ਔਰ 85 ਦੇ ਇੰਜਨ ਦੇ ਵਿੱਚ ਕੀ ਫਰਕ ਸਮਝਦੇ ਤੁਸੀਂ? ਕੋਈ ਫਰਕ ਵੀ ਨਹੀਂ ਹੈ, ਸਾਰਾ ਸਮਾਨ ਇੱਕ ਹੀ ਹੈ, ਸਿਰਫ ਉਹਦਾ 85 ਦਾ ਡੀਜ਼ਲ ਜ਼ਿਆਦਾ ਹੈ ਤੇ 75 ਡੀਜ਼ਲ ਘੱਟ ਹੈ। ਸਹੀ। ਹਾਂ, ਜਿੱਥੋਂ 75 ਦਾ ਯਾਨੀ ਕਿ ਖਰਚਾ ਵੀ ਘੱਟ ਹੈ ਔਰ ਉਹਦੇ ਇੰਜਨ ਦੀ ਲਾਈਫ ਜ਼ਿਆਦਾ। ਅੱਛਾ, 75 ਦਾ ਡੀਜ਼ਲ ਜਿਹੜਾ ਵਾ ਉਹ ਕਿੰਨੇ ਤੇ ਹੁੰਦਾ ਤੇ 85 ਦਾ ਡੀਜ਼ਲ ਪੰਪ ਤੋਂ ਕਿੰਨੇ ਤੇ ਹੁੰਦਾ ਵਾ? ਇਹ ਤੇ ਕੋਈ ਯਾਨੀ ਕਿ ਸਹੀ ਤਰ੍ਹਾਂ ਤੁਹਾਨੂੰ ਦੱਸ ਦਿੰਦੇ ਲੈਬਾਰਟਰੀ ਵਾਲੇ, ਤੇ ਵੈਸੇ ਇਹਨਾਂ ਮਾਡਲ ਇਹਨਾਂ ਦਾ WSK ਦੇ ਪੰਪ ਵਾਲਾ, ਇਹਨਾਂ ਦਾ 7.7 ਸੀਸੀ ਹੁੰਦਾ ਜੈਨੂਅਨ। ਸਹੀ ਆ। ਯਾਨੀ ਕਿ ਮਸ਼ੀਨ ਤੇ ਜਿਹੜਾ ਬੰਦੇ ਨਾ 300 ਆਰਪੀਐਮ ਤੇ 700 ਤੇ 500 ਜਾਂ 700 ਆਰਪੀਐਮ ਦੇ 750 ਤੇ 85 ਦਾ ਜਿਹੜਾ ਵੇ ਗਮੋ 850 ਜਾਂ 9 ਸੀਸੀ ਹੁੰਦਾ। ਸਹੀ। 8.5 ਸੀਸੀ ਜਾਂ 9 ਸੀਸੀ ਹੁੰਦਾ, ਯਾਨੀ ਉਹਦਾ 1.5 ਸੀਸੀ 85 ਦਾ ਡੀਜ਼ਲ ਇਸ ਤੋਂ ਜ਼ਿਆਦਾ ਹੁੰਦਾ।
ਅੱਛਾ ਭਾਈ ਇਮਰਾਨ, ਅਕਸਰ ਬੰਦੇ ਆਂਦੇ ਆ 75 85 ਆਇਲ ਘਟਾਉਂਦੇ ਨੇ, ਇਹਨਾਂ ਦਾ ਇੰਜਨ ਦਾ ਆਇਲ ਘੱਟ ਵਾ। ਹਾਂ ਆ ਤੁਹਾਡਾ ਇਹਦੇ ਤੇ ਕੀ ਆ ਵੀ ਤੁਹਾਡੇ ਟਰੈਕਟਰ ਸਾਡੇ ਟਰੈਕਟਰ ਦੋਵਾਂ ਦੇ ਜਰਮਨ ਇੰਜਨ ਨੇ, ਇਹਨਾਂ ਦੇ ਵਿੱਚ ਤਿੰਨ ਰਿੰਗੇ ਹੁੰਦੇ ਨੇ ਪਿਸਟਨ, ਤੇ 3 ਰਿੰਗਾਂ ਵਾਲਾ ਪਿਸਟਨ ਨੇ, ਉਹ ਜ਼ਾਹਿਰ ਹੈ ਉਹਨੇ ਹਲਕੀ ਫੁਲਕੀ ਤੁਹਾਨੂੰ ਹਵਾੜ ਵੀ ਦੇਣੀ ਹੈ ਤੇ ਆਇਲ ਵੀ ਘਟਾਉਣਾ ਵੇ। ਅਗਰ ਇੰਜਨ ਤੋਂ ਦਾ 100 ਘੰਟਾ ਚੱਲ ਕੇ ਅਗਰ 1 ਲੀਟਰ ਆਇਲ ਘਟਾਉਂਦਾ ਤੇ ਉਹ ਸਮਝੋ ਵੀ ਫਿੱਟ ਹੈ, ਅਗਰ ਇਸ ਤੋਂ ਜ਼ਿਆਦਾ ਘਟਾਉਂਦਾ ਫਿਰ ਸਮਝੋ ਡਾਊਨ ਹੈ। ਸਹੀ। ਤੇ ਫਿਰ ਲੋਕ ਜਿਹੜੇ ਨੇ ਉਹ 5 ਰਿੰਗੇ ਪਾ ਲੈਂਦੇ ਨੇ ਜਾਂ 4 ਰਿੰਗੇ ਪਾ ਲੈਂਦੇ ਨੇ, ਟਰੈਕਟਰ ਦੀ ਨਾ ਉਹ ਪਿਕ ਰਹਿੰਦੀ ਹੈ, ਨਾ ਉਹ ਸਟਾਰਟਿੰਗ ਰਹਿੰਦੀ ਹੈ, ਨਾ ਉਹ ਆਵਾਜ਼ ਰਹਿੰਦੀ ਹੈ, ਜਿਹਨੇ ਰਿੰਗ ਵਧਾਈ ਜਾਓਗੇ। ਔਰ ਦੂਸਰੀ ਗੱਲ ਇਹ ਵੇ ਕਿ ਜਿੰਨਾ ਰਿੰਗ ਜ਼ਿਆਦਾ ਹੋਏਗਾ ਸਲੀਪ ਦੇ ਵਿੱਚ, ਉਨੀ ਸਲੀਪ ਜਲਦੀ ਡਾਊਨ ਹੋਏਗੀ, ਉਹ ਇੰਜਨ ਦੀ ਲਾਈਫ ਵੀ ਘਟ ਜਾਂਦੀ ਹੈ। ਦੇਖੋ ਨਾ ਜਨਮ ਇੰਜਨ ਅਗਰ ਸਟਾਰਟ ਹੋ ਜਾਵੇ ਤਾਂ ਕਿੰਨਾ ਚਿਰ ਚੱਲ ਜਾਂਦੇ ਨੇ। ਨਵੇਂ ਇੰਜਨ ਅਸੀਂ ਬਾਅਦ ਲੋਕ ਕਰਾਉਂਦੇ ਆ ਇੱਥੋਂ ਲੋਕਲ ਫਾਊਂਡਰੀਆਂ ਤੋਂ, ਉਹਨਾਂ ਕੋਲ ਨਾ ਤਾਂ ਉਹ ਦੀ ਲਾਈਨਰ ਦੀ ਉਨੀ ਐਕੂਰੇਸੀ ਹੁੰਦੀ ਹੈ, ਠੀਕ ਹੈ, ਤੇ ਨਾ ਉਹਨਾਂ ਕੋਲ ਉਨੀ ਉਹ ਕਲੀਅਰਨੈਸ ਆਉਂਦੀ ਹੈ ਵੀ ਇਹਦੇ 'ਚ ਕਿੰਨੀ ਕਲੀਅਰਨੈਸ ਰੱਖਣੀ ਹੈ ਪਿਸਟਨ ਤੇ ਸਲੀਪ ਦੀ ਜਾਂ ਰਿੰਗ ਦੀ, ਤੇ ਉਹ ਵਕਤੀ ਤੌਰ ਤੇ ਹੁੰਦੇ ਨੇ, ਤੇ ਜਦੋਂ ਉਹ ਡਾਊਨ ਹੁੰਦਾ ਯਕਦਮ ਹੋ ਜਾਂਦੇ ਨੇ। ਇਹ ਜਿਹੜੇ ਨੇ ਜੈਨੂਅਨ ਕੰਪਨੀ ਦੇ ਫਿਲਟਰ ਜਿਹੜੇ ਨੇ 3 ਰਿੰਗ ਵਾਲੇ, ਇਹ ਚੱਲਦੇ ਵੀ ਕੋਈ ਸਾਲ 6 ਮਹੀਨੇ ਤੱਕ ਜਾਂਦੇ ਨੇ। ਸਹੀ। ਅੱਛਾ ਭਾਈ ਇਮਰਾਨ, ਤੁਸੀਂ ਸਮਝਦੇ ਨਹੀਂ ਅਗਰ 3 ਰਿੰਗਾਂ ਤੋਂ 4 ਜਾਂ 5 ਰਿੰਗ ਕਰਵਾਈ ਤੇ ਕਰੰਕ ਤੇ ਵੀ ਲੋਡ ਜਾਂਦਾ ਵਾ? ਜਾਂਦਾ ਹੀ ਹੋਣਾ ਕਰੰਕ ਨੇ ਜਾਂ 3 ਰਿੰਗਾਂ ਨੂੰ ਖੜਨਾ ਕਿ ਜਾਂ 4 ਜਾਂ 5 ਨੂੰ। ਦੇਖੋ ਲੋਡ ਉਹੀ ਤਾਂ ਕਰਨਾ, ਲੋਡ ਵਧਣਾ ਉਹਦੀ ਸ਼ਿਕਾਇਤ ਘਟ ਜਾਣੀ ਹੈ, ਉਹਦਾ ਉਹਦੀ ਸਟਾਰਟਿੰਗ ਲੰਬੀ ਹੋ ਜਾਣੀ ਹੈ, ਇੰਜਨ ਦੇ ਟਾਰਕ ਸਲਫ ਤੇ ਲੋਡ ਹਾਂ ਟਾਰਕ ਘਟ ਜਾਣਾ ਨੇ। ਸਹੀ ਸਹੀ। ਨਹੀਂ ਅੱਛਾ ਭਾਈ ਇਮਰਾਨ, ਬੰਦੇ ਆਂਦੇ ਆ 85 ਦੇ ਅੰਦਰ 12 ਲੀਟਰ ਤੇਲ ਹੋਣਾ ਚਾਹੀਦਾ ਜਾਂ ਬਹੁਤਾ ਹੋਣਾ ਚਾਹੀਦਾ, ਤੁਹਾਡਾ ਕੀ ਮਸ਼ਵਰਾ ਵਾ ਇਸ ਬਾਰੇ, ਜਾਂ ਤੁਹਾਡਾ ਕੀ? ਕੋਈ ਐਸੇ ਅੱਲਾ ਦੇ ਬੰਦੇ ਵੇਖੇ ਨੇ 8 ਲੀਟਰ ਉਹਨਾਂ ਕੋਲ ਪਾਇਆ ਨਹੀਂ ਜਾਂਦਾ, 12 ਲੀਟਰ ਕਿੰਨੇ ਪਾਣਾ? ਸਹੀ। ਮਹਿੰਗੇ ਤੇਲ ਨੇ। ਨਹੀਂ ਅਗਰ 12 ਦੇਖੋ ਇਹ ਡਿਜ਼ਾਈਨ ਗੋਰੇ ਦਾ, ਗੋਰਾ ਬਹੁਤ ਲੰਬੀ ਸੋਚਦਾ। ਸਹੀ ਆ। ਠੀਕ ਹੈ, ਅਗਰ ਉਹ ਜ਼ਰੂਰਤ ਹੁੰਦੀ ਇਹਨੂੰ ਇਜ਼ਾਫੀ ਤੇਲ ਤੇ ਉਹ ਪਾ ਸਕਦਾ ਸੀ। ਸਹੀ ਆ। ਉਹਦੇ ਅੱਜ ਵੀ ਕੋਈ ਮਾਡਲ ਵੇਖ ਲਓ, ਸਰਚ ਕਰ ਲਓ ਗੂਗਲ ਤੇ ਉਹਦੇ 8 ਲੀਟਰ ਤੇਲ ਹੋਣਾ। ਸਹੀ। ਜਾਂ 7.5 ਲੀਟਰ ਹੋਣਾ। ਯਾਨੀ ਕਿ ਕਹਿ ਲਓ ਵੀ ਇਹ ਪਾਕਿਸਤਾਨ ਨੂੰ ਪੱਕੀ ਪਕਾਈ ਲੱਭੀ ਆ, ਪੱਕੀ ਪਕਾਈ ਲੱਭੀ ਹੈ ਬਸ। ਸਹੀ ਸਹੀ ਸਹੀ। ਅੱਛਾ ਭਾਈ ਇਮਰਾਨ, ਜਿੱਦਾਂ ਆਂਦੇ ਆ ਨਾ ਲੋਕ ਫੀਅਰ ਦੇ ਇੰਜਨਾਂ ਦੇ ਅੰਦਰ ਜ਼ਿਆਦਾ ਵਾ ਤੇਲ, ਤੇ ਆਪਾਂ ਫੀਅਰ ਦਾ ਤੇ ਇਹਦੇ ਇੰਜਨ ਦਾ ਤਾਂ ਕੰਪੇਅਰ ਨਹੀਂ ਕਰ ਸਕਦੇ, ਉਹ ਹੋਰ ਚੀਜ਼ ਹੈ। ਉਹ ਹੋਰ ਚੀਜ਼ ਹੈ, ਉਹਦਾ ਡਿਜ਼ਾਈਨ ਹੋਰ ਹੈ, ਉਹਦਾ ਪਿੱਛੋਂ ਸਿਸਟਮ ਹੋਰ ਹੈ, ਉਹਦਾ ਡਕਸ਼ਨ ਹੋਰ ਨੇ, ਹਰ ਚੀਜ਼ ਹੋਰ ਹੈ। ਠੀਕ ਹੈ, ਉਹੀ ਇੰਜਨ ਅਗਰ ਇਹਦੇ ਮੈਸੀ ਦੇ ਗੇਅਰ ਤੇ ਅੱਗੇ ਲਾ ਦਿਓ, ਹਾਂਜੀ, ਇਹਦੇ ਜਿਹਨੂੰ ਪਰਫਾਰਮ ਨਹੀਂ ਕਰ ਸਕਦਾ। ਠੀਕ। ਉਹਦੀ ਫੀਡ ਦੀ ਕਾਮਯਾਬੀ ਹੈ ਕਿ ਉਹਦੇ ਚੱਕਰ ਉਹਨਾਂ ਤੋੜ ਕੇ ਨੂੰ ਸਲੋ ਕੀਤਾ ਇੰਜਨ। ਹਾਂ ਅੱਛਾ, ਫੀਡ ਹੈ ਜੀ ਸਾਹਿਦ ਕਾਮਯਾਬ ਹੈ। ਉਹ ਕਾਮਯਾਬ ਕਿਵੇਂ ਹੈ ਵੀ ਮੈਸੀ ਦੇ ਚੱਕਰ ਨੇ ਪੀਟੀਓ ਦੇ 540 700 1790 ਚੱਕਰ ਤੇ ਆਰਪੀਐਮ ਦੇ ਪੀਟੀਓ ਦੇ 540 ਆਰਪੀਐਮ ਪੂਰੇ ਕਰ ਜਾਂਦਾ। ਠੀਕ ਹੈ, ਫੀਲਡ ਜਿਹੜਾ ਵੇ ਉਹ 540 ਆਰਪੀਐਮ ਪੂਰੇ ਕਰਨ ਵਾਸਤੇ ਉਹਨੂੰ 2200 ਚੱਕਰ ਚਾਹੀਦਾ। ਉਹ ਦੇਖੋ ਨਾ, ਉਹਦਾ ਤਕਰੀਬਨ 350 ਆਰਪੀਐਮ ਇਸ ਤੋਂ ਜ਼ਿਆਦਾ ਹੋ ਗਿਆ। ਜਦੋਂ ਜ਼ਿਆਦਾ ਹੋਣਾ ਤਾਂ ਜ਼ਾਹਿਰ ਉਹਦੀ ਪਾਵਰ ਵੀ ਵੱਧ ਜਾਣੀ। ਠੀਕ ਹੈ, ਅੱਛਾ ਫਿਰ ਥ੍ਰੈਸ਼ ਤੇ ਇਸ ਵਾਸਤੇ ਜ਼ਿਆਦਾ ਕਾਮਯਾਬ ਹੈ ਕਿ ਉਹ ਰੇਸ ਜ਼ਿਆਦਾ ਹੁੰਦਾ। ਅਗਰ ਪੁਲੀਆਂ ਦਾ ਹੇਰ ਫੇਰ ਕਰਕੇ ਇਹ ਮੈਸੀ ਨੂੰ ਵੀ 2000 ਤੇ ਜਾ ਕੇ ਲੈ ਜਾਓ, ਇੰਜਨ ਦੀ ਰੇਸ 2000 ਹੋਵੇ, ਥ੍ਰੈਸ਼ ਦਾ 650 ਚੱਕਰ ਹੁੰਦਾ, ਹਰ ਥ੍ਰੈਸ਼ ਦਾ ਤਕਰੀਬਨ 650 ਚੱਕਰ ਹੁੰਦਾ ਵੇ ਅਰਾਊਂਡ ਪਰ ਮਿੰਟ, ਤੇ ਉਹ ਪੂਰੇ ਕਰਨ ਵਾਸਤੇ ਪੁਲੀਆਂ ਵੱਡੀ ਛੋਟੀ ਕਰਕੇ ਮੈਸੀ ਰੇਸ 2000 ਤੇ ਲੈ ਜਾਓ, ਤੇ ਫਿਰ ਵੇਖੋ ਵੀ ਫੀਲਡ ਨੂੰ ਮੱਥਾ ਦਿੰਦਾ ਕਿ ਨਹੀਂ ਦਿੰਦਾ। ਲਓ ਜੀ ਦੋਸਤੋ, ਇਹ ਇਨਫੋਰਮੇਸ਼ਨ ਸੀ ਜਿਹੜੀ ਅਸਾਂ ਦਿੱਤੀ ਆ। ਅਗਰ ਵੀਡੀਓ ਅੱਛੀ ਲੱਗੇ, ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਚੈਨਲ